ਇੱਕ ਡਿਸਪਲਿਨ ਦੇ ਵਿੱਚ ਰਹਿਣਾ, ਡਿਸਪਲਿਨ ਦੇ ਵਿੱਚ ਰਹਿ ਕੇ ਲਾਈਨਾਂ ਬਣਾਉਣੀਆਂ ਨੇ, 2 ਬਣਾਉਣੀਆਂ, 4 ਬਣਾਉਣੀਆਂ ਨੇ, ਫਾਸਲਾ ਰੱਖ ਕੇ ਜਾਣਾ, ਮਾਸਕ ਲਾ ਕੇ ਜਾਣਾ। ਅਸੀਂ ਐਸਐਸਪੀ ਸਾਹਿਬ ਦਫ਼ਤਰ ਤੇ ਜਾ ਕੇ ਆਪਣਾ ਮੰਗ ਪੱਤਰ ਦੇਣਾ, ਆਪਣੀਆਂ ਮੰਗਾਂ ਮੁਸ਼ਕਲਾਂ ਦੱਸਣੀਆਂ ਨੇ। ਜੋ ਵੀ ਹੋਏਗਾ ਤੁਹਾਡੇ ਸਾਹਮਣੇ ਹੋਏਗਾ। ਜੋ ਅੱਜ ਸਾਨੂੰ ਕੋਈ ਸਰਕਾਰ ਪ੍ਰਸ਼ਾਸਨ ਭਰੋਸਾ ਦਿੰਦਾ ਹੈ ਤੇ ਤਾਂ ਠੀਕ ਹੈ, ਜੇ ਸਾਡੇ ਹੱਕ ਦੀ ਕੋਈ ਗੱਲਬਾਤ ਨਹੀਂ ਕਰਦਾ ਫਿਰ ਅਗਲਾ ਜਿਹੜਾ ਸੰਘਰਸ਼ ਹੈ ਉਹਦਾ ਵੀ ਬਿਗਲ ਅੱਜ ਵਜਾ ਕੇ ਜਾਵਾਂਗੇ ਜੀ। ਇੰਨੀਆਂ ਹੀ ਬੇਨਤੀਆਂ ਦੇ ਧੰਨਵਾਦ। ਸਤਿ ਸ੍ਰੀ ਅਕਾਲ। ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ, ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ, ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ। ਸਾਡਾ ਏਕਤਾ ਜਿੰਦਾਬਾਦ, ਸਾਡਾ ਏਕਤਾ ਜਿੰਦਾਬਾਦ। ਤੇ ਵੀਰੋ ਨਾਰੇ ਸਿਰਫ 2 ਹੀ ਫਿਲਹਾਲ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਤੇ ਸਾਡਾ ਟਰਾਂਸਪੋਰਟਰ ਏਕਤਾ, ਸਾਡੀ ਡਰਾਈਵਰ ਏਕਤਾ, ਸਾਡਾ ਏਕਾ ਜਿੰਦਾਬਾਦ। 2 ਹੀ ਲਾਉਣੇ ਨੇ ਆਪਾਂ। ਅੱਜ ਕਿਸੇ ਦੀ ਮੁਰਦਾਬਾਦ ਨਹੀਂ ਕਰਨੀ ਠੀਕ ਹੈ ਜੀ, ਕਿਉਂਕਿ ਅਸੀਂ ਪਹਿਲੀ ਵੀ ਠੀਕ ਹੈ ਜੀ। ਧੰਨਵਾਦ ਜੀ। ਹੁਣ ਇੱਧਰ ਨੂੰ ਕਰਕੇ ਕਰਨਾ, ਇੱਧਰ ਨੂੰ ਕਰ 2 ਮਿੰਟ ਗੱਲਬਾਤ ਕਰਕੇ ਰੁਕ ਜਾ ਤੁਰਨਾ ਨਹੀਂ। ਪੰਜਾਬ ਟੈਕਸੀ ਆਪਰੇਟਰ ਜਿੰਦਾਬਾਦ, ਪੰਜਾਬ ਟੈਕਸੀ ਆਪਰੇਟਰ ਜਿੰਦਾਬਾਦ, ਪੰਜਾਬ ਟੈਕਸੀ ਆਪਰੇਟਰ ਯੂਨੀਅਨ ਜਿੰਦਾਬਾਦ, ਡਰਾਈਵਰ ਏਕਤਾ ਜਿੰਦਾਬਾਦ, ਡਰਾਈਵਰ ਏਕਤਾ ਜਿੰਦਾਬਾਦ, ਟੈਕਸੀ ਆਪਰੇਟਰ ਯੂਨੀਅਨ ਜਿੰਦਾਬਾਦ, ਸਾਡਾ ਏਕਾ ਜਿੰਦਾਬਾਦ। ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ, ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ, ਡਰਾਈਵਰ ਏਕਤਾ, ਡਰਾਈਵਰ ਏਕਤਾ, ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ, ਪੰਜਾਬ ਟੈਕਸੀ ਯੂਨੀਅਨ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ, 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 ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ, 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 ਸਾਡਾ ਏਕਾ ਜਿੰਦਾਬਾਦ, 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 ਸਾਡਾ ਏਕਾ ਜਿੰਦਾਬਾਦ, 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 ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ, ਜਿੰਦਾਬਾਦ। ਮਸਲਾ ਸਭ ਨੂੰ ਪਤਾ ਹੈ। ਮੈਂ ਸੰਖੇਪ ਵਿੱਚ ਦੱਸਿਆ। ਉਹਦੇ ਤੋਂ ਪਹਿਲਾਂ ਕਰੋਨਾ ਦੀ ਵਜ੍ਹਾ ਕਰਕੇ ਮੇਰੇ ਮਿੱਤਰੋ ਆਪਾਂ ਬੜਾ ਧਿਆਨ ਦੇ ਨਾਲ ਰੱਖਣਾ, ਮਾਸਕ ਪਾ ਕੇ ਰੱਖਣਾ, ਰੂਲਾਂ ਦੇ ਨਾਲ ਚੱਲਣਾ। ਤੇ ਅਸੀਂ ਸ਼ਾਂਤੀ ਦੇ ਨਾਲ ਕੋਈ ਗੱਲਬਾਤ ਕਰਨੀ ਹੈ। ਅਸੀਂ ਇੱਕ ਅੱਜ ਪਹਿਲੀ ਵਾਰੀ ਇੱਥੋਂ ਦੇ ਐਸਐਸਪੀ ਸਾਹਿਬ ਨਾਲ ਮਿਲਣਾ ਹੈ। ਸਾਡੀਆਂ ਜੋ ਪ੍ਰੋਬਲਮ ਨੇ ਅਸੀਂ ਦੱਸਣੀਆਂ ਨੇ। ਜੋ ਕਹਾਣੀ ਜੋ ਤੁਹਾਨੂੰ ਹੈਗਾ ਪਤਾ, ਫਿਰ ਵੀ ਮੈਂ ਦੁਬਾਰਾ ਦੱਸ ਦਿਆਂ ਕਿ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜੋ ਵੀ ਕੰਮ ਹੈ, ਬਾਹਰੋਂ ਆਉਂਦੀਆਂ ਗੱਡੀਆਂ ਜਿਹੜੀਆਂ ਸਾਡਾ ਕੰਮ ਚੱਕ ਕੇ ਲੈ ਕੇ ਜਾ ਰਹੀਆਂ ਨੇ। ਇਹ ਇੱਕ ਐਡਾ ਕੁ ਵੱਡਾ ਕੋੜ ਹੈ। ਕੱਲਾ ਫਿਰੋਜ਼ਪੁਰ ਨਹੀਂ, ਇਸ ਤੋਂ ਪਹਿਲਾਂ ਲੁਧਿਆਣੇ ਸ਼ੁਰੂ ਹੋਇਆ ਹੈ, ਜਲੰਧਰ, ਅੰਮ੍ਰਿਤਸਰ ਸ਼ੁਰੂ ਹੋਇਆ ਹੈ। ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਸੋ ਵੀਰੋ, ਸਾਡੇ ਚੇਅਰਮੈਨ ਸਾਹਿਬ ਨੇ ਸਾਰੀ ਜਾਣਕਾਰੀ ਤਾਂ ਤੁਹਾਨੂੰ ਦੇ ਹੀ ਦਿੱਤੀ, ਪਰ ਕੁਝ ਗੱਲਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ ਕਿ ਇੰਨੇ ਸੌਖੇ ਨਹੀਂ ਸਾਡਾ ਆਉਣਾ ਇੱਥੇ, ਤੇ ਨਾ ਹੀ ਕੋਈ ਅਸੀਂ ਇੱਥੇ ਫੋਟੋਆਂ ਕਰਾਉਣ ਆਏ ਤੇ ਨਾ ਹੀ ਕੋਈ ਆਪਣੀਆਂ ਵਾਹ-ਵਾਹ ਖੱਟਣ ਆਏ। ਸਾਡੀਆਂ ਮਜਬੂਰੀਆਂ ਬਣੀਆਂ, ਸਾਡੇ ਹੱਕ ਸਾਡੇ ਤੋਂ ਛਿਨੇ ਜਾ ਰਹੇ ਹੈ, ਉਹਦੇ ਠੱਲ 'ਚ ਅਸੀਂ ਸਾਰੇ ਵੀਰ ਇਕੱਠੇ ਹੋਏ। ਕੋਈ ਵੀ ਆਪਣੇ ਕਿਤੇ ਤੋਂ ਅੱਜ ਦੇ ਦਿਨ ਸੌਖਾ ਨਹੀਂ ਹੈ। ਸਾਡੀ ਥਾਲੀ 'ਚੋਂ ਰੋਟੀ ਚੱਕੀ ਜਾ ਰਹੀ ਹੈ, ਅਸੀਂ ਆਪਣੀ ਰੋਟੀ ਬਚਾਉਣ ਵਾਸਤੇ ਅੱਜ ਇਕੱਠੇ ਹੋਏ ਹਾਂ। ਕਿਸੇ ਦੇ ਮਨ 'ਚ ਕੋਈ ਵੀ ਸਵਾਲ ਹੋਵੇ, ਬਿਲਕੁਲ ਤੁਸੀਂ ਬੇਝਿਜਕ ਕਰ ਸਕਦੇ ਹੋ। ਹਰ ਇੱਕ ਗੱਲ ਆਪਾਂ ਇੱਥੇ ਸਾਰੇ ਵੀਰ ਇਕੱਠੇ ਹੋ ਕੇ ਉਹਦਾ ਹੱਲ ਵੀ ਕਰਾਂਗੇ। ਸੋ ਵੀਰੋ, ਅੱਜ ਮਸਲਾ ਸੀ ਕਿ ਕੁਝ ਸਾਡੇ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਵੀਰਾਂ ਨਾਲ ਧੱਕਾ ਹੋ ਰਿਹਾ ਹੈ। ਬਾਹਰ ਦੀਆਂ ਗੱਡੀਆਂ ਆ ਕੇ ਸਵਾਰੀਆਂ ਚੱਕ ਕੇ ਲਿਜਾ ਰਹੀਆਂ। ਉਦੋਂ ਬਾਅਦ ਸਾਨੂੰ ਧਮਕੀਆਂ ਮਿਲ ਰਹੀਆਂ ਵੀ ਅਸੀਂ ਤਾਂ ਐਂ ਹੀ ਕਰਾਂਗੇ। ਕੀ ਇਹ ਕੰਮ ਚੰਗੇ ਹੈ? ਨਹੀਂ, ਅਸੀਂ ਦੇ ਹੱਕ ਜੋ ਕਿ ਬਾਹਰ ਦੇ ਸਾਨੂੰ ਆ ਕੇ ਧਮਕੀਆਂ ਦੇਣ, ਸਾਡਾ ਹੱਕ ਚੱਕਣ, ਬਿਲਕੁਲ ਇਹਨੂੰ ਚੱਕਰ ਨਹੀਂ ਦੇਾਂਗੇ। ਸੋ ਵੀਰੋ, ਇਹੀ ਕੁਝ ਹੋਇਆ ਹੈ। ਅੱਜ ਵੀ ਕੁਝ ਦਿੱਲੀ ਦੇ ਬੰਦਿਆਂ ਨੇ ਇਹ ਗੱਲਾਂ ਬਾਤਾਂ ਕਹੀਆਂ ਕਿ ਅਸੀਂ ਤਾਂ ਤੁਹਾਡੇ ਸ਼ਹਿਰ 'ਚੋਂ ਐਂ ਹੀ ਕੰਮ ਚੱਕਾਂਗੇ। ਤੇ ਅਸੀਂ ਪ੍ਰਸ਼ਾਸਨ ਨੂੰ, ਸਰਕਾਰਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ, ਜੇ ਬਾਹਰ ਦੀਆਂ ਗੱਡੀਆਂ, ਦਿੱਲੀ ਦੀਆਂ ਗੱਡੀਆਂ ਹੀ ਆ ਕੇ ਸਾਡੇ ਸ਼ਹਿਰ 'ਚੋਂ ਕੰਮ ਚੱਕਣਗੀਆਂ ਤਾਂ ਸਾਡੇ ਕੋਲ ਵੀ ਪਰਮਿਟ ਵਾਲੀਆਂ ਗੱਡੀਆਂ, ਸਾਡੇ ਪਰਮਿਟ ਕੈਂਸਲ ਕਰ ਦਿਓ, ਸਾਡੇ ਗਲਾਂ 'ਚ ਗੁੱਠੇ ਦੇ ਦਿਓ, ਸਾਡੇ ਜਵਾਕਾਂ ਨੂੰ ਫਾਹੇ ਲਾ ਦਿਓ। ਅਸੀਂ ਆਪਦੇ ਟੱਬਰ ਕਿਵੇਂ ਪਾਲਾਂਗੇ? ਅਸੀਂ ਆਪਦੇ ਜਵਾਕਾਂ ਨੂੰ ਕੀ ਕਮਾਵਾਂਗੇ? ਉੱਤੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਸਾਡੇ ਖਿਲਾਫ ਦਰਖਾਸਤਾਂ ਦਿੱਤੀਆਂ ਜਾ ਰਹੀਆਂ। ਤੋਂ ਕੱਲ੍ਹ ਵੀ ਮੇਰੇ ਕੋਲ ਵੀਡੀਓ ਆਈਆਂ ਜੀ, ਅਸੀਂ ਐਸਐਸਪੀ ਨੂੰ ਦਿੱਤੀਆਂ, ਅਸੀਂ ਡੀਜੀਪੀ ਨੂੰ ਦਿੱਤੀਆਂ। ਕਿ ਕਾਨੂੰਨ ਇਹ ਕੁਝ ਕਹਿੰਦਾ ਹੈ, ਸਾਡੀ ਪੰਜਾਬ ਦੀ ਸਰਕਾਰ ਸਾਨੂੰ ਇਹ ਕੁਝ ਕਹਿੰਦੀ ਹੈ ਵੀ ਅਸੀਂ ਤੁਹਾਡੇ ਕੋਲ ਟੈਕਸ ਲੈ ਰਹੇ ਹਾਂ ਤਾਂ ਤੁਹਾਡਾ ਕੰਮ ਆ ਕੇ ਬਾਹਰ ਦੇ ਚੱਕਣਗੇ। ਸੋ ਬਿਲਕੁਲ ਅਸੀਂ ਅਪੀਲ ਸਰਕਾਰਾਂ ਨੂੰ ਵੀ ਕਰਦੇ ਹਾਂ, ਪ੍ਰਸ਼ਾਸਨ ਨੂੰ ਵੀ ਕਰਦੇ ਹਾਂ, ਇਹ ਧੱਕਾ ਰੋਕਿਆ ਜਾਵੇ, ਸਾਡੇ ਨਾਲ ਇਹੋ ਜਿਹਾ ਧੱਕਾ ਨਾ ਹੋਵੇ। ਸੋ ਵੀਰੋ, ਕਰੋਨਾ ਦੀ ਭਿਆਨਕ ਬਿਮਾਰੀ 'ਚ ਅਸੀਂ ਉਲਝੇ ਪਏ ਹਾਂ, ਸਾਰਾ ਪੰਜਾਬ ਉਲਝਿਆ ਪਿਆ, ਸਾਡਾ ਕਿੱਤਾ ਬਿਲਕੁਲ ਖਤਮ ਹੋਇਆ ਪਿਆ, ਕੰਮ ਸਾਡੇ ਕੋਲ ਹੈ ਨਹੀਂ, ਸਰਕਾਰਾਂ ਸਾਡੀਆਂ ਸਾਰ ਨਹੀਂ ਲੈਂਦੀਆਂ। ਇੱਕ ਪਾਸੇ ਤਾਂ ਸਾਨੂੰ ਇਜਾਜ਼ਤਾਂ ਦੇਤੀਆਂ ਹਾਫ ਸਵਾਰੀ ਦੀਆਂ, ਪਰ ਅਸੀਂ ਲਿਜਾਈਏ ਕਿਹਨੂੰ? ਮਰਗ ਤੇ ਕੋਈ ਜਾ ਨਹੀਂ ਸਕਦਾ ਜੀ, 10 ਬੰਦੇ ਜਾਣੇ ਆ, ਭੋਗ ਤੇ 10 ਬੰਦੇ ਤੋਂ ਵੱਧ ਕਰਨਾ ਨਹੀਂ, ਵਿਆਹ ਤੇ 10 ਬੰਦੇ ਤੋਂ ਵੱਧ ਜਾਣੇ ਨਹੀਂ।
ਟੂਰਿਸਟ ਸਾਰਾ ਬੰਦ ਪਿਆ, 에ਅਰਪੋਰਟ ਬੰਦ ਪਿਆ, ਤੇ ਅਸੀਂ ਜਾਵਾਂਗੇ ਕਿੱਥੇ? ਸਾਡੀ ਗੱਡੀਆਂ ਤੇ ਹਰ ਦਿਨ ਟੈਕਸ ਥੋਪੇ ਜਾ ਰਹੇ ਆ, ਇੰਸ਼ੋਰੈਂਸ ਥੋਪੇ ਜਾ ਰਿਹਾ, ਕਿੱਥੋਂ ਭਰਾਂਗੇ ਅਸੀਂ? ਹੁਣ ਵੀ ਕੱਲ ਦੀ ਖਬਰ ਆਈ ਹੈ ਇੱਕ ਵੀ ਥੋੜ੍ਹੀਆਂ ਕਿਸ਼ਤਾਂ ਅੱਗੇ ਕਰ ਦਿੰਦੇ ਆ। ਕਿਸ਼ਤਾਂ ਅੱਗੇ ਤਾਂ ਤੁਸੀਂ ਕਰ ਦਿੰਦੇ ਹੋ, ਪਰ ਉਹ ਕਿਸ਼ਤਾਂ ਦੀਆਂ ਤੁਸੀਂ ਡਬਲ ਵਿਆਜਾਂ ਲੈ ਰਹੇ ਹੋ ਸਾਡੇ ਕੋਲ। ਸੋ ਇਹ ਚੀਜ਼ਾਂ ਸਾਰੀਆਂ ਸਾਡੇ ਜੋ ਸਰਕਾਰਾਂ ਸਾਡੇ ਖਿਲਾਫ ਹੋਈਆਂ, ਇਹਨਾਂ ਚੀਜ਼ਾਂ ਦੇ ਅਸੀਂ ਹੱਕ-ਸਾਂਝੀ ਲੜਾਈ ਵਾਸਤੇ ਸਾਰੇ ਵੀਰ ਇਕੱਠੇ ਹੋਏ ਆ। ਸੋ ਸਾਥ ਬਣਾ ਕੇ ਰੱਖੋ। ਸਾਡਾ ਕੋਈ ਵੀ ਡਰਾਈਵਰ ਭਰਾ ਦੁਸ਼ਮਣ ਨਹੀਂ ਹੈ, ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇਗੇ, ਪਰ ਅਸੀਂ ਆਪਣੇ ਕਿੱਤੇ ਨੂੰ ਬਚਾਉਣ ਵਾਸਤੇ, ਆਪਣੇ ਹੱਕ ਬਚਾਉਣ ਵਾਸਤੇ ਅੱਜ ਇਕੱਠੇ ਹੋਏ ਆ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਦੇ ਵੀਰਾਂ ਨੂੰ, ਹਿੰਦੁਸਤਾਨ ਦੇ ਵੀਰਾਂ ਨੂੰ, ਵੀਰੋ ਆ ਵਿਵਾਦ ਛੱਡ ਦਿਓ, ਇਹ ਗਲਤ ਨੀਤੀਆਂ ਛੱਡ ਦਿਓ ਜਿਹਦੇ ਨਾਲ ਕਿ ਤੁਸੀਂ ਡਰਾਈਵਰ ਵੀਰਾਂ ਨੂੰ ਆਪਸ 'ਚ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਆਪਸ 'ਚ ਇੱਕ ਦੂਜੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਚੀਜ਼ਾਂ 'ਚੋਂ ਕੁਝ ਨਹੀਂ ਨਿਕਲਣਾ। ਸੋ ਸਾਡਾ ਇੰਨਾ ਹੀ ਮਕਸਦ ਹੈ ਕਿ ਅਸੀਂ ਪੂਰਾ ਕਿਰਾਇਆ ਲੈ ਕੇ ਜਾਈਏ। ਕਿ ਕੋਈ ਵੀ ਜਾਂ ਚਾਹੁੰਦਾ ਹੈ ਕਿ ਅਸੀਂ ਅੱਧਾ ਰੇਟ ਲੈ ਕੇ ਕੰਮ ਕਰੀਏ? ਨਹੀਂ ਜੀ, ਜੇ ਸਾਨੂੰ ਪੂਰਾ ਕਿਰਾਇਆ ਮਿਲੇ, ਅਸੀਂ ਇੱਥੋਂ ਫਿਰੋਜ਼ਪੁਰ ਤੋਂ ਚੱਲੀਏ, ਦਿੱਲੀ ਜਾਈਏ, ਕਿਤੇ ਵੀ ਜਾਈਏ, ਸਾਨੂੰ ਦੋਨੇ ਸਾਈਡਾਂ ਦਾ ਕੰਮ ਮਿਲੇ, ਕਿਰਾਇਆ ਮਿਲੇ, ਅਸੀਂ ਕਾਹਦੇ ਵਾਸਤੇ ਉੱਥੇ ਧੱਕੇ ਖਾਵਾਂਗੇ? ਪਰ ਜੇ ਕੁਝ ਬਾਹਰ ਦੀਆਂ ਕੰਪਨੀਆਂ ਨੇ ਗੰਦ ਪਾ ਰੱਖਿਆ, ਕੁਝ ਸਾਡੇ ਜਿਹੜੇ ਦਫ਼ਤਰਾਂ ਵਾਲੇ ਦਲਾਲ ਬਣੇ ਹੋਏ ਆ, ਮੈਂ ਤਾਂ ਦਲਾਲ ਹੀ ਕਹੂੰਗਾ, ਜਿਨ੍ਹਾਂ ਨੇ ਆਪਣੀਆਂ ਕਮਾਈਆਂ ਵਾਸਤੇ ਕੰਮ ਕਰਨਗੇ 8000 ਜੇ ਸਾਨੂੰ ਦੇਣਗੇ 4000 ਆਪਣੇ ਦਲਾਲਾਂ ਦੀਆਂ ਕਮਾਈਆਂ ਜਾਂਦੀਆਂ ਪਈਆਂ, ਉਹ ਸਾਡਾ ਵਿਰੋਧ ਕਰ ਰਹੇ ਆ। ਬਾਕੀ ਜਿਹੜਾ ਵੀਰ ਵੀ ਰੋਡ ਤੇ ਚੱਲਦਾ ਉਹ ਤਾਂ ਚਾਹੁੰਦਾ ਹੈ ਕਿ ਸਾਨੂੰ ਪੂਰਾ ਕਿਰਾਇਆ ਮਿਲੇ, ਸਾਡਾ ਹੱਕ ਮਿਲੇ। ਵੀਰੋ ਕੱਲ ਪਰਸੋਂ ਦੀ ਗੱਲ ਹੈ ਤੇ ਫਿਰੋਜ਼ਪੁਰ ਇੱਕ ਬੰਦਾ ਆਇਆ, ਸ਼ਾਇਦ ਉਹ ਯੂਪੀ ਸਾਈਡ ਦਾ ਸੀ, ਉਹ ਡਰਾਈਵਰ ਨਾਲ ਮੇਰੀ ਗੱਲ ਵੀ ਹੋਈ। 5 ਦਿਨ ਉਹ ਬਠਿੰਡੇ ਖੜਾ ਰਿਹਾ, 5 ਦਿਨ ਉਹ ਬਠਿੰਡੇ ਖੜਾ ਰਿਹਾ। 6ਵੇਂ ਦਿਨ ਉਹਦੇ ਮਾਲਕ ਨੇ ਉਹਨੂੰ ਫਿਰੋਜ਼ਪੁਰ ਭੇਜਤਾ ਵੀ ਤੂੰ ਫਿਰੋਜ਼ਪੁਰੋਂ ਜਾ ਕੇ ਸਵਾਰੀ ਚੱਕ ਲੈ। ਜਦੋਂ ਮੇਰੇ ਨਾਲ ਫੋਨ ਤੇ ਗੱਲ ਹੋਈ, ਉਹ ਰੋ ਪਿਆ, ਕਹਿੰਦਾ ਪ੍ਰਧਾਨ ਜੀ ਇੰਨੇ ਕੁ ਦੁਖੀਆਂ ਪਰਿਵਾਰ ਦੇ ਮੇਰੇ 'ਚ, ਮੇਰੀ ਮਿਸਿਸ ਨੂੰ ਕਰੋਨਾ ਪੋਜ਼ਿਟਿਵ ਹੈ, ਪਤਾ ਨਹੀਂ ਅੱਜ ਮਰ ਜੇ ਜਾਂ ਕੱਲ ਮਰ ਜੇ, ਪਰ ਮੈਨੂੰ ਮੇਰੇ ਮਾਲਕ ਨੇ ਕਿਹਾ ਉੱਥੋਂ ਸਵਾਰੀ ਲੈ ਕੇ ਆਉਣੀ। ਜੇ ਉਹ ਬੰਦਾ ਪੂਰੇ ਰੇਟ ਤੇ ਆਇਆ ਹੁੰਦਾ ਤਾਂ ਉਹਨੂੰ ਕਿਉਂ ਧੱਕੇ ਖਾਣੇ ਪੈਂਦੇ? ਪਤਾ ਨਹੀਂ ਇੱਕ ਟਾਈਮ ਦੀ ਰੋਟੀ ਪੂਰੀ ਸੋਰੀ ਖਾਂਦਾ ਕਿ ਨਹੀਂ ਖਾਂਦਾ ਉਹ ਬੰਦਾ, ਕਿੰਨੇ ਕੁ ਉਹਦੇ ਹਾਲਾਤ ਗੰਭੀਰ ਹੋਏ ਆ, ਇਹ ਕਰ ਕੌਣ ਰਿਹਾ? ਅਸੀਂ ਇਹ ਕੋਡ ਨੂੰ ਖਤਮ ਕਰਨਾ ਚਾਹੁੰਦੇ ਆ। ਹੋਰ ਸਾਡਾ ਕਿਸੇ ਵੀ ਕੋਈ ਯੂਨੀਅਨ ਨਾਲ ਕੋਈ ਉਹ ਗੱਲਬਾਤ ਨਹੀਂ ਹੈ ਵੀ ਅਸੀਂ ਤਾਂ ਹਰੇਕ ਭਰਾ ਨੂੰ ਕਹਿੰਦੇ ਵੀ ਸਾਡਾ ਸਾਥ ਦਿਓ, ਹਰੇਕ ਯੂਨੀਅਨ ਨੂੰ ਕਹਿੰਦੇ ਸਾਥ ਦਿਓ ਵੀ ਆਹ ਕੋਡ ਕਿਤੇ ਨਾ ਕਿਤੇ ਅਸੀਂ ਖਤਮ ਕਰ ਦਈਏ। ਸਾਡੇ ਸਾਰੇ ਵੀਰਾਂ ਨੂੰ ਪੂਰਾ ਕਿਰਾਇਆ ਮਿਲੇ, ਪੂਰਾ ਕਿਰਾਇਆ ਲੈ ਕੇ ਉਹ ਚੱਲਣ, ਤੇ ਕਾਹਦੇ ਵਾਸਤੇ ਉਹਨਾਂ ਨੂੰ ਇਹ ਖੱਜਲ ਖਵਾਰੀ ਹੋਵੇ ਜੀ। ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਿਤੇ ਗਲਤ ਹਾਂ ਤਾਂ ਬਿਲਕੁਲ ਤੁਸੀਂ ਉਹਨਾਂ ਦਾ ਸਾਥ ਦੇ ਸਕਦੇ ਹੋ। ਅਗਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਟੈਕਸੀ ਚੰਗਾ ਕੰਮ ਕਰ ਰਹੀ ਹੈ, ਸਾਨੂੰ ਪੂਰਾ ਕਿਰਾਇਆ ਮਿਲਣਾ ਚਾਹੀਦਾ, ਸਾਨੂੰ ਸਰਕਾਰਾਂ ਸਾਨੂੰ ਸਾਡੇ ਹੱਕ ਦੇਣੇ ਚਾਹੀਦੇ, ਤਾਂ ਬਿਲਕੁਲ ਵੀਰੋ ਸਾਰੇ ਰਲ ਮਿਲ ਕੇ ਚੱਲੋ, ਸਾਰੇ ਸਾਥ ਬਣਾ ਕੇ ਚੱਲੋ। ਬਸ ਇੰਨੀ ਹੀ ਬੇਨਤੀ ਕਰਾਂਗੇ। ਸੋ ਧੰਨਵਾਦ, ਸਤਿ ਸ਼੍ਰੀ ਅਕਾਲ। ਪ੍ਰਧਾਨ ਜੀ ਇੱਕ ਬੇਨਤੀ ਹੋਰ ਹੈ, ਸਾਡੇ ਪ੍ਰਧਾਨ ਜੀ ਨੇ ਫੋਨ ਕੀਤਾ ਤੇ ਮੈਂ ਇਹਨਾਂ ਨੂੰ ਦੱਸਿਆ, ਸਾਡੇ ਕੋਟਕਪੂਰੇ ਦਾ ਬੰਦਾ ਜਿਹੜਾ ਕਿ ਫਿਰੋਜ਼ਪੁਰ ਤੋਂ ਸਵਾਰੀ ਚੱਕਦਾ ਸੀ, ਉਹ ਕਹਿੰਦਾ ਮੈਨੂੰ ਹੁਣੇ ਮੈਨੂੰ ਸਵਾਰੀ ਫੇਰ ਚੁਕਾਈ ਆ ਉਹਨੇ ਫਿਰੋਜ਼ਪੁਰ ਤੋਂ ਬਾਹਰ ਜਾ ਕੇ। ਇਹ ਦਲਾਲ ਜਿਹੜੇ ਬੈਠੇ ਆ ਨਾ ਦਫ਼ਤਰਾਂ ਦੇ ਵਿੱਚ, ਇਹ ਕੰਮ ਕਰਦੇ ਆ। 8400 ਰੁਪਈਆ ਕੀਤਾ ਉਹਨੇ ਦਿੱਲੀ ਦਾ, ਲੇਕਿਨ ਉਹ 4400 ਰੁਪਏ 'ਚ ਗੱਡੀ ਗਈ। ਬੈਕ ਡਰੋਪ ਦਾ ਕੰਮ ਇਹ ਹੈ ਵੀ ਇੱਕ ਦੂਜੇ ਦਾ ਢਿੱਡ ਭਰੀ ਚੱਲੋ ਤੇ ਲੋਕਾਂ ਦੇ ਕੰਮ ਖਤਮ ਕਰ ਦਿਓ, ਇਹ ਕੰਮ ਉਹਨਾਂ ਨੇ ਕੀਤਾ। ਪ੍ਰਧਾਨ ਜੀ ਕਿਤੇ ਨਾ ਕਿਤੇ ਸਾਡੀ ਜਾਗਰੂਕਤਾ ਦੀ ਘਾਟ ਹੈ। ਅਸੀਂ ਉਹ ਦਲਦਲ 'ਚ ਫਸੇ ਹੋਏ ਸੀਗੇ ਜਿਹਦੇ 'ਚੋਂ ਕਿਤੇ ਨਾ ਕਿਤੇ ਅਸੀਂ ਨਿਕਲਣਾ ਸ਼ੁਰੂ ਕਰਤਾ। ਸਾਨੂੰ ਵੀ ਇਹ ਕਿਹਾ ਜਾਂਦਾ ਤੁਸੀਂ ਇਹ ਬੰਦ ਕਰਾ ਨਹੀਂ ਸਕਦੇ, ਇਹ ਕੁਝ ਹੋ ਨਹੀਂ ਸਕਦਾਗਾ, ਪਰ ਜੇ ਇੱਕ ਜ਼ਿਲ੍ਹੇ ਨੇ ਪਹਿਲ ਕੀਤੀ ਹੈ, ਅੱਜ ਉਹਨਾਂ ਦੇ ਭੀੜ ਪਈ ਹੈ ਤਾਂ ਅਸੀਂ 5 ਜ਼ਿਲ੍ਹੇ ਇਕੱਠੇ ਹੋਏ ਆ ਨਾ ਜੀ। ਐਂ ਹੀ ਆਉਣ ਵਾਲੇ ਟਾਈਮ 'ਚ ਕਦੇ ਵੀ ਕਿਸੇ ਵੀ ਭਰਾ ਤੇ ਭੀੜ ਪਈ, ਸਾਨੂੰ ਪੂਰੇ ਪੰਜਾਬ ਨੂੰ ਇਕੱਠਾ ਹੋਣਾ ਪਿਆ ਤਾਂ ਅਸੀਂ ਇਕੱਠੇ ਹੋਵਾਂਗੇ, ਪਰ ਇਹ ਕੋਡ ਨੂੰ ਬਿਲਕੁਲ ਖਤਮ ਕਰਾਂਗੇ। ਇਹ ਮੈਂ ਤੁਹਾਡਾ ਵਾਅਦਾ ਕਰਕੇ ਜਾਂਦਾ, ਕਿਸੇ ਵੀ ਵੀਰ ਤੇ ਕੋਈ ਭੀੜ ਪੈਂਦੀ ਹੈ ਤਾਂ ਬਿਲਕੁਲ ਪਹਿਲਾਂ ਉਹ ਭੀੜ ਯੂਨੀਅਨ ਤੇ ਪਏਗੀ, ਸਾਡੇ ਤੇ ਪਏਗੀ, ਮੇਰੇ ਤੇ ਪਏਗੀ। ਸੋ ਬਿਲਕੁਲ ਤੁਸੀਂ ਇਹ ਚੀਜ਼ ਦੇ ਠੱਲ 'ਚ ਅੱਗੇ ਆਓ। ਅਸੀਂ ਕੋਈ ਵੀ ਸਾਡੇ ਕੋਲ ਭਰਾ ਆਉਂਦਾ, ਕੋਈ ਵੀ ਡਰਾਈਵਰ ਵੀਰ ਆਉਂਦਾ, ਸਾਡਾ ਉਹ ਭਾਈ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨਾਲ ਲੜਾਈ ਕਰੋ, ਉਹਨੂੰ ਮਾੜਾ ਚੰਗਾ ਬੋਲੋ, ਬਿਲਕੁਲ ਉਹ ਸਾਡਾ ਭਾਈ ਹੈ, ਉਹਨੂੰ ਚਾਹ ਪਾਣੀ ਪਾਓ, ਰੋਟੀ ਖਵਾਓ, ਪਰ ਉਸਨੂੰ ਇੱਕ ਵਾਰੀ ਬੇਨਤੀ ਕਰੋ, ਭਾਈ ਸਾਡਾ ਹੱਕ ਤੂੰ ਨਾ ਲੈ ਕੇ ਜਾ, ਸਾਨੂੰ ਸਾਡਾ ਕੰਮ ਕਰਨ ਦੇ। ਠੀਕ ਹੈ ਜੀ, ਇੱਕ ਵਾਰੀ ਸਮਝਾਇਆ ਜਾਊਗਾ, 2 ਵਾਰੀ ਸਮਝਾਇਆ ਜਾਊਗਾ। ਅਗਰ ਫਿਰ ਵੀ ਉਹ ਸ਼ਰਾਰਤੀ ਅੰਸਰ ਕੋਈ ਸ਼ਰਾਰਤੀ ਕਰਨ ਬਾਅਦ ਨਹੀਂ ਆਉਂਦਾ, ਜਿਹੋ ਜਿਹਾ ਤਰੀਕੇ ਦਾ ਜਵਾਬ ਮੰਗਣਗੇ ਉਹ ਜਿਹਾ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ। ਸੋ ਇਹ ਨਾ ਸੋਚੋ ਵੀ ਅੱਜ ਸਾਡੇ ਵੀਰਾਂ ਦੇ ਕੋਈ ਭੀੜ ਪੈ ਗਈ ਤਾਂ ਅਸੀਂ ਪਿੱਛੇ ਹਟ ਜਾਈਏ, ਬਿਲਕੁਲ ਨਹੀਂ। ਅੱਜ ਜੇ ਭੀੜ ਪਈ ਹੈ ਤਾਂ ਅਸੀਂ ਇੰਨੇ ਇਕੱਠੇ ਹੋਏ ਆ, ਅੱਗੇ ਤੋਂ ਜੇ ਭੀੜ ਪਈ ਤਾਂ ਪੂਰਾ ਪੰਜਾਬ ਇਕੱਠੇ ਹੋਵਾਂਗੇ, ਹਰ ਇੱਕ ਵੀਰ ਦੇ। ਇਹ ਨਹੀਂ ਹੈ ਫਿਰੋਜ਼ਪੁਰ ਜ਼ਿਲ੍ਹਾ, ਪੰਜਾਬ ਦਾ ਕੋਈ ਵੀ ਜ਼ਿਲ੍ਹਾ ਹੈ, ਕੋਈ ਵੀ ਇਹ ਕੰਮ 'ਚ ਅੱਗੇ ਆਉਂਦਾ, ਬਿਲਕੁਲ ਪੂਰੀ ਪੰਜਾਬ ਟੈਕਸੀ ਨੂੰ ਉਹਦੇ ਨਾਲ ਖੜੀ ਹੈ ਜੀ, ਉਹਦੇ ਹੱਕ 'ਚ ਖੜੀ ਹੈ। ਸੋ ਅਸੀਂ ਕੋਸ਼ਿਸ਼ ਕਰਨੀ ਹੈ ਵੀ ਇਹ ਕੋਡ ਖਤਮ ਹੋ ਜੇ। ਜੇ ਇਹ ਕੋਡ ਨਾ ਖਤਮ ਹੋਇਆ ਤਾਂ ਕਿਤੇ ਨਾ ਕਿਤੇ ਸਾਡਾ ਕਿੱਤਾ ਬਿਲਕੁਲ ਖਤਮ ਹੋ ਜਾਏਗਾ।
ਆਉਣ ਵਾਲੇ ਟਾਈਮ 'ਚ ਅਸੀਂ ਆਪਣੀਆਂ ਗੱਡੀਆਂ ਵੇਚਣ ਦੇ ਮਜਬੂਰ ਹੋ ਜਾਾਂਗੇ। ਸੋ ਇੰਨੀ ਬੇਨਤੀ ਹੈ ਜੀ, ਲੱਗੇ ਰਹੋ। ਜੇ ਕੋਈ ਵੀ ਭਰਾ ਆਉਂਦਾ ਉਹਨੂੰ ਇੱਕ ਵਾਰੀ ਸਮਝਾਇਆ, ਦੋ ਵਾਰੀ ਸਮਝਾਇਆ, ਨਾ ਸਮਝੇਗਾ ਤਾਂ ਬਿਲਕੁਲ ਉਹਦੇ ਤੇ ਕਾਰਵਾਈ ਵੀ ਕੀਤੀ ਜਾਏਗੀ, ਉਹਨੂੰ ਬਣਦੇ ਦਾ ਜਵਾਬ ਵੀ ਦਿੱਤਾ ਜਾਏਗਾ। ਪ੍ਰਧਾਨ ਜੀ, ਜੇ ਅਗਰ ਪਤਾ ਲੱਗਦਾ ਫਲਾਣਾ ਬੰਦਾ ਚੱਕ ਰਿਹਾ, ਉਹਨੂੰ ਸੱਦ ਕੇ ਮੈਂ ਕੋਲੇ ਸੱਦਿਆ, ਮੇਰੇ ਬੈਠੇ ਉਹਨੇ ਦਵਾ ਡਿਲੀਟ ਮਾਰਤੀਆਂ। ਮੈਂ ਕਿਹਾ ਇਹ ਡਿਲੀਟ ਮਾਰੀ ਜਾਂਦਾ, ਹੁਣ ਕੀ ਗੱਲ ਹੈ ਬਈ, ਡਿਲੀਟ ਕਰਦਾ? ਨਹੀਂ, ਮੈਂ ਕਿਹਾ ਤੂੰ ਸਵਾਰੀ ਨਹੀਂ ਚੱਕਦਾ। ਮੈਂ ਕਿਹਾ ਇਹ ਬੰਦਾ ਬਣ ਜਾ, ਮੈਨੂੰ ਫਿਰੋਜ਼ਪੁਰੋਂ ਫੋਨ ਆਇਆ ਤੇ ਆਪਦਾ ਸੰਭਲ ਜਾ, ਤੈਨੂੰ ਵੀ ਖੁੱਲਣਾ ਪੈਣਾ ਜੇ ਤੂੰ ਨਾ ਹਟਿਆ ਤਾਂ। ਸਿੱਧੀ ਗੱਲ ਹੈ। ਜੱਗੂ ਪ੍ਰਧਾਨ ਜੀ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ। ਪਹਿਲਾਂ ਤਾਂ ਪੰਜਾਬ ਟੈਕਸੀ ਯੂਨੀਅਨ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮਗਰਲੇ ਦਿਨੀ ਜੋਧਪੁਰ ਤੇ ਜੈਸਲਮੇਰ, ਕਿਉਂਕਿ ਦੋਨੇ ਪੋਲੀਟਿਕਸ ਸਥਲ ਹੈ, ਸਾਡੇ ਰਾਜਸਥਾਨ 'ਚ ਬੜੀ ਦਿੱਕਤ ਆਈ ਸੀ ਜੀ। ਜੋਧਪੁਰ ਵਾਲੇ ਮਿੱਤਰ ਜਿਹੜੇ ਉੱਥੇ ਡ੍ਰੌਪ ਕਰਨ ਆਉਂਦੇ ਸੀ, ਉਹ ਪਿਕ ਭਾਲਦੇ ਸੀ। ਇਹੀ ਮਸਲਾ ਜਿਵੇਂ ਪੰਜਾਬ ਪ੍ਰਧਾਨ ਕੇਵਲ ਬੱਤਰਾ ਜੀ ਨੇ ਦੱਸਿਆ ਵੀ ਅਸੀਂ ਤਾਂ ਐਂ ਕਰਾਂਗੇ ਤੇ ਅਸੀਂ ਉਹ ਕਰਾਂਗੇ। ਅਸੀਂ ਉਹਨਾਂ ਦੇ ਵਿੱਚ ਬੈਠੇ ਦੋਨਾਂ ਜ਼ਿਲ੍ਹੇ ਦੇ ਮਿੱਤਰਾਂ ਨੂੰ ਇਕੱਠੇ ਕੀਤਾ ਵੀ ਤੁਹਾਡਾ ਬਾਰਡਰ ਨਾਲ ਲੱਗਦਾ ਹੈ, ਵੀ ਤੁਸੀਂ ਛੱਡਣ ਆਉਂਦੇ ਹੋ ਜਾਂ ਕੋਈ NRI ਕੋਈ ਫੋਰਨਰ ਬਾਹਰੋਂ ਆਉਂਦਾ ਹੈ, ਤੁਸੀਂ ਲੈਣ ਆਉਂਦੇ ਹੋ, ਤੁਸੀਂ ਆਪਦਾ ਕੰਮ ਕਰੋ। ਆਈ ਜਿਵੇਂ ਜਿਹੜੇ ਡੀਲਰ ਲੋਕ ਸੀ, ਦਲਾਲ ਲੋਕ ਸੀ, ਆਪਦੇ ਸਿਰਫ ਕਮਿਸ਼ਨ ਦੇ ਚੱਕਰ 'ਚ ਉਹ ਤੁਹਾਨੂੰ ਮੈਨੂੰ ਗੁੰਮਰਾਹ ਕਰਦੇ ਨੇ। ਜਦੋਂ ਜੈਸਲਮੇਰ ਤੇ ਜੋਧਪੁਰ ਵਾਲੇ ਦੋਨੇ ਟੀਮਾਂ ਭਾਈਆਂ ਗਈਆਂ, ਉੱਥੇ RTO ਸਾਹਿਬ, ਕਲੈਕਟਰ ਸਾਹਿਬ, SSP ਸਾਹਿਬ ਸਾਰੇ ਵਿੱਚ ਸਨ। ਬਾ ਕੇ ਉਹਨਾਂ ਨੂੰ ਸਮਝਾਇਆ ਗਿਆ। ਅੱਜ ਉਹੀ ਹੈ, ਉਹ ਡ੍ਰੌਪ ਕਰਨ ਆਉਂਦੇ ਆ ਜੋਧਪੁਰ ਵਾਲੇ ਜੈਸਲਮੇਰ ਏਅਰਪੋਰਟ ਤੇ, ਕਰਕੇ ਤੇ ਨਿਕਲ ਜਾਂਦੇ ਆ। ਅਗਰ ਪਿਕ ਕਰਨਾ ਹੈ, ਅੰਦਰ ਕਾਊਂਟਰ ਲੱਗਿਆ ਹੋਇਆ, ਜੈਸਲਮੇਰ ਦੀ ਗੱਡੀ ਹੀ ਕਰਦੀ ਹੈ, ਨਾ ਕਿ ਬਾਹਰ ਦੀ ਗੱਡੀ ਉੱਥੋਂ ਪਿਕ ਕਰੂਗੀ। ਇਹ ਦੇਖੋ, ਸ਼ੁਰੂ 'ਚ ਜੇ ਅਗਰ ਅੱਜ ਫਿਰੋਜ਼ਪੁਰ ਟੀਮ ਨੇ ਇਹ ਉਪਰਾਲਾ ਕੀਤਾ ਜਾਂ ਹਮਲਾ ਮਾਰਿਆ, ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਧੰਨਵਾਦ ਦਿੰਦਾ। ਪੂਰੀ ਪੰਜਾਬ ਟੈਕਸੀ ਯੂਨੀਅਨ ਦੇ ਮਿੱਤਰ, ਤੁਸੀਂ ਬੜਾ ਸੰਘਰਸ਼ ਕਰ ਰਹੇ ਹੋ। ਰਾਜਸਥਾਨ ਦੇ ਵਿੱਚ ਥੋੜਾ ਜਿਹਾ ਮਸਲਾ ਉੱਠਿਆ, ਅਸੀਂ ਉੱਧਰ ਉਠਾਇਆ ਤੇ ਚੰਦ ਦਿਨਾਂ 'ਚ ਹੀ ਉਹ ਦੱਬਿਆ ਗਿਆ। ਕਾਰਨ ਜਦੋਂ ਸ਼ੁਰੂ 'ਚ ਕੋਈ ਵੀ ਕੰਮ ਕਰਦੇ ਹੋ, ਉਹ 'ਚ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ। ਬਾਕੀ ਮਗਰਲੇ ਮਹੀਨੇ ਡੇਢ ਮਹੀਨੇ ਤੋਂ ਵੇਖੀ ਜਾਂਦੇ ਆ, ਜਿਹੜਾ ਵੀ ਡਰਾਈਵਰ ਆਉਂਦਾ ਹੈ, ਕੋਈ ਸਾਨੂੰ ਫੋਨ ਕਰਦਾ ਹੈ, ਕੋਈ ਬੱਤਰਾ ਜੀ ਨੂੰ, ਕੋਈ ਬਲਜਿੰਦਰ ਜੀ ਨੂੰ, ਕਹੀਦਾ ਭਾਈ ਚਾਹ ਪਿਆ ਕੇ ਰੋਟੀ ਖਵਾ ਕੇ ਡਰਾਈਵਰ ਨੂੰ ਤੋਰਿਓ, ਮੰਦਾ ਨਾ ਬੋਲਿਓ। ਹੁਣ ਜਦੋਂ ਆਪਦੀ ਥਾਲੀ 'ਚੋਂ ਅਗਲਾ ਕੋਈ ਰੋਟੀ ਚੱਕ ਕੇ ਲਿਆਊਗਾ, ਕਿੰਨੇ ਕੁ ਦਿਨ ਮੂੰਹ ਨਹੀਂ ਵੇਖੋਗੇ। ਅਗਰ ਮੈਂ ਰਾਜਸਥਾਨੋਂ ਚੱਕ ਕੇ ਤੇ ਪਿਕ ਕਰਨ ਆਊਂਗਾ ਤਾਂ ਤੁਸੀਂ ਮੈਨੂੰ ਕਦੋਂ ਚੱਕਣ ਦਿਓਗੇ? ਆਪਦੇ ਹੱਕਾਂ ਵਾਸਤੇ ਦੁਨੀਆ ਲੜਦੀ ਹੈ, ਜਿਉਂਦੀ ਹੈ। ਸਾਡੇ ਬਜ਼ੁਰਗਾਂ ਨੇ ਕਿਹਾ ਵੀ ਜਿਹੜਾ ਬੰਦਾ ਆਪਦੇ ਹੱਕਾਂ ਵਾਸਤੇ ਲੜਦਾ ਹੈ ਜਾਂ ਆਪਦੇ ਬਿਲਕੁਲ ਹੱਕ ਸੱਚ ਤੇ ਖੜਾ ਹੈ, ਉਹਨੂੰ ਲੜਨਾ ਚਾਹੀਦਾ। ਮਸਲਾ ਰੋਟੀ ਦਾ ਹੈ। ਅੱਜ ਆਪਣੀ ਥਾਲੀ 'ਚੋਂ ਕੋਈ ਰੋਟੀ ਚੱਕਦਾ, ਬਿਲਕੁਲ ਨਹੀਂ ਚੱਕਣ ਦਿੰਦੇ। ਅੱਜ ਤੱਕ ਮੈਂ ਤੁਹਾਨੂੰ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ, ਅੱਜ ਤੱਕ ਹੱਥਾਂ ਜੋੜੀ ਸੀ। ਹਰ ਡਰਾਈਵਰ ਦੀ ਬਾਹਰੋਂ, ਚਾਹੇ ਦਿੱਲੀੋਂ ਆਇਆ, UPੋਂ ਆਇਆ, ਡ੍ਰੌਪਿੰਗ ਕਰਨਾ ਹੈ ਜਾਂ ਪਿਕ ਕਰਨਾ ਹੈ, ਉਹਨੂੰ ਬੜੀ ਉਹਦੀ ਰਿਸਪੈਕਟ ਕੀਤੀ ਹੈ, ਵਧੀਆ ਇੱਜ਼ਤ ਮਾਣ ਰੱਖਿਆ ਉਹਦਾ। ਲੇਕਿਨ ਹੁਣ ਜਦੋਂ ਇੰਨੀਆਂ ਪੌੜੀਆਂ ਚਾੜੀ ਗਏ ਜਾਂ ਸਾਡੇ ਸੰਗਠਨ ਦੇ ਖਿਲਾਫ ਕੋਈ ਮਿੱਤਰ ਫਾਲਤੂ ਦੀਆਂ FIR ਕਰਾਉਂਦਾ ਜਾਂ ਕੋਈ ਧਮਕੀਆਂ ਦਿੰਦਾ, ਤੇ ਮੈਂ ਮੀਡੀਆ ਰਾਹੀਂ ਜਾਂ ਤੁਹਾਡੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਜਾਂ ਮੂੰਹ ਤੋੜ ਜਵਾਬ ਦੇਵਾਂਗੇ। ਪਿਕ ਡ੍ਰੌਪ ਲੋਕ ਨਾਮ ਭੁੱਲ ਜਾਣਗੇ। ਤੁਹਾਡਾ ਭਰਾਵਾਂ ਦਾ ਸਹਿਯੋਗ ਤੇ ਏਕਾ ਹੋਣਾ ਚਾਹੀਦਾ ਸਾਰਿਆਂ ਨੂੰ। ਡਰਾਈਵਰ ਏਕਤਾ ਜਿੰਦਾਬਾਦ, ਡਰਾਈਵਰ ਏਕਤਾ ਜਿੰਦਾਬਾਦ। ਚਲੋ ਜੋ ਵੀ ਬੇਨਤੀ ਸੀਗੀ, ਆਪਾਂ SSP ਆਫਿਸ ਦਾ ਟਾਈਮ ਦਿੱਤਾ ਬਲਜਿੰਦਰ ਜੀ। ਸੰਧੂ ਸਾਹਿਬ, ਇੱਕ ਬੇਨਤੀ ਸੀਗੀ। ਹੁਕਮ ਆਪਾਂ ਜੋ ਐਸਸੀ ਸਾਹਿਬ ਨੂੰ ਮਿਲਣ ਜਾਣਾ ਦਫ਼ਤਰ ਦੇ ਵਿੱਚ, ਆਪਾਂ ਨੂੰ ਕੋਈ ਚਾਂਦੀ ਬੰਦਿਆਂ ਨੂੰ ਅੰਦਰ ਜਾਣ ਦੇਣਾ। ਜਿਵੇਂ ਪ੍ਰਧਾਨ ਜੀ ਆ, ਚਲੋ ਦੋ ਜਾਣੇ ਕੋਈ ਨਾਲ ਅੰਦਰ ਜਾਣ ਦੇਣਗੇ। ਜਿਸ ਤਰ੍ਹਾਂ ਆਪਾਂ ਪਿਕ ਡ੍ਰੌਪ ਦੀ ਗੱਲ ਕਰ ਰਹੇ ਹਾਂ, ਉਹਦੇ ਨਾਲ ਇੱਕ ਆਪਾਂ ਹੋਰ ਵੀ ਬੇਨਤੀ ਕਰਨੀ ਆ। ਬੱਸ ਸਟੈਂਡ ਦੇ ਸਾਹਮਣੇ ਨਾਕਾ ਲੱਗਾ ਜੀ, ਉਹਦੇ ਵਿੱਚ ਕਰੂਜ਼ਰ ਸਵਾਰੀਆਂ ਦੇ ਵਿੱਚ ਗੱਡੀ ਦੇ ਵਿੱਚ ਸਵਾਰੀਆਂ ਬੈਠੀਆਂ, ਉਹਦਾ ਕੋਵਿਡ-19 ਦੀ ਉਲੰਘਣਾ ਦਾ ਕਰਕੇ ਚਲਾਨ ਕਰ ਦਿੱਤਾ ਜਾਂਦਾ ਹੈ। ਦੂਸਰੇ ਦਿਨ ਅਸੀਂ ਇਕੱਠੇ ਹੋ ਕੇ ਜਾਂਦੇ ਹਾਂ, ਉੱਥੇ ਪੁੱਛਦੇ ਹਾਂ ਰੋਡ ਦੇ ਵਿੱਚ ਵੀ ਭਾਈ ਜੀ ਤੁਸੀਂ ਸਾਨੂੰ ਵੀਰ ਜੀ ਦੱਸੋ ਕਿ ਤੁਸੀਂ ਬੱਸਾਂ ਦੇ ਕਿੰਨੇ ਚਲਾਨ ਕਰਤੇ ਆ? ਤੁਸੀਂ ਬੱਸ ਸਟੈਂਡ ਤੇ ਨਾਕਾ ਲਾਇਆ, ਤੁਹਾਡੇ ਸਾਹਮਣੇ ਯਾਰ ਬੱਸਾਂ ਨਿਕਲ ਰਹੀਆਂ, ਤੁਸੀਂ ਸਾਡੇ ਕਿਉਂ ਵੈਰ ਪੈ ਗਏ ਹੋ ਟੈਕਸੀ ਗੱਡੀਆਂ ਦੇ, ਜਿਹੜੀਆਂ ਅਸੀਂ ਸਰਕਾਰ ਨੂੰ ਟੈਕਸ ਵੀ ਭਰ ਰਹੇ ਹਾਂ ਔਰ ਸਾਡੇ ਕਾਗਜ਼ਾਤ ਵੀ ਪੂਰੇ ਹੁੰਦੇ ਆ, ਕਿ ਸਾਡੇ ਤੇ ਕਿਉਂ ਵਾਅਦਾ ਕਰ ਰਹੇ ਹੋ ਤੁਸੀਂ? ਤੇ ਇਹਦਾ ਸਾਨੂੰ ਕੋਈ ਠੋਸ ਜਵਾਬ ਨਹੀਂ ਦੇ ਰਿਹਾ। ਜੋ ਵੀ ਪੁਲਿਸ ਮੁਲਾਜ਼ਮ ਆ, ਪਤਾ ਨਹੀਂ ਇਹਨਾਂ ਨੂੰ ਕੀ ਜਿਹੜੇ ਹੈਗੇ ਉਹ ਮਹੀਨੇ ਭਰ ਰਹੇ ਜਾਂ ਕੀ ਕਰ ਰਹੇ ਆ। ਸੁਣੋ, ਤੁਹਾਡੀ ਗੱਲ ਦਾ ਜਵਾਬ ਦੇਣਾ, ਬਹੁਤ ਵਧੀਆ ਗੱਲ ਤੁਸੀਂ ਦੱਸੀ। ਹਾਂਜੀ, ਇਹਦਾ ਇੱਕ ਕਾਰਨ ਹੈ, ਤੁਸੀਂ ਸੁਣਦੇ ਹੋਵੋਗੇ ਅੱਜ ਕੱਲ ਛੋਟੀਆਂ ਜਿਹੜੀਆਂ ਟੇਪਾਂ ਲੋਕ ਵਾਇਰਲ ਕਰ ਰਹੇ ਨੇ ਜੀ। SSP ਦਾ ਆਦੇਸ਼ ਆਉਂਦਾ ਹੈ, DGP ਦਾ SSP ਨੂੰ ਆ ਗਿਆ, SSP ਇੱਕ ਜ਼ਿਲ੍ਹੇ ਦੇ ਵਿੱਚ ਆਦੇਸ਼ ਕਰ ਦਿੰਦਾ ਹੈ ਨਾਕੇ ਲਾ ਲਓ। ਜੀ, ਸੱਚੀ ਗੱਲ ਇਹ ਹੈ, ਜਿਹੜੇ ਹੋਮਗਾਰਡ ਦੇ ਜਵਾਨ ਹੈ ਜਾਂ ਜਿੰਨੇ ਮੁੰਡੇ ਪਹਿਲਾਂ ਫੋਟੋ ਖਿੱਚਦੇ ਪਏ ਆ, ਪੱਤਰਕਾਰ ਆ ਗਏ ਆਹ ਦੇਖ ਕਹਿੰਦੇ ਮੇਰੇ
ਭਾਜੀ ਭਾਜੀ ਇੱਕ ਮਿੰਟ ਥੋੜਾ ਜਿਹਾ ਗੇਟ ਤੋਂ ਪਿੱਛੇ ਦੇਖੋ ਫੋਟੋ ਪ੍ਰੈਸ ਵਾਲਿਆਂ ਨੂੰ ਲੈ ਲੈਂਦੇ ਆ ਜਾਓ ਭਾਜੀ ਅੱਗੇ ਆਓ ਭਲਵਾਨ ਜੀ ਫੋਟੋ ਹਾਂਜੀ ਰਾਹ ਦਿਓ ਮੋਟਰਸਾਈਕਲ ਰਾਹ ਦਿਓ ਮਾੜਾ ਜਿਹਾ ਮਾਸਕ ਲਾ ਲਓ ਸਾਰੇ ਮਾਸਕ ਲਾ ਲਓ ਜਵਾਨੋ ਭਾਜੀ ਇੱਧਰ ਠੀਕ ਹੈ ਜੀ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਡਰਾਈਵਰ ਏਕਤਾ ਜਿੰਦਾਬਾਦ ਡਰਾਈਵਰ ਏਕਤਾ